ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਬਾਰੇ ਜਾਣਕਾਰੀ ਦੇਵਾਂਗੇ ਤੇ ਇਸ ਜਾਣਕਾਰੀ ਨੂੰ ਸਾਡੇ ਨਾਲ ਸਾਂਝਾ ਕਰ ਰਹੇ ਨੇ ਜਸਟਿਸ ਮਹੇਸ਼ ਮਿੱਤਲ ਕੁਮਾਰ ਜੀ। ਮਹੇਸ਼ ਮਿੱਤਲ ਕੁਮਾਰ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1977 ਵਿੱਚ ਆਪਣੀ ਲਾਅ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਇਹ ਵਿਦੇਸ਼ ਵਿੱਚ ਆਪਣੀ ਉਚੇਰੀ ਸਿੱਖਿਆ ਵਾਸਤੇ ਗਏ ਤੇ ਇਸ ਦੇ ਨਾਲ ਜੇ ਮੈਂ ਇਹਨਾਂ ਦੇ ਜੀਵਨ ਬਾਰੇ ਹੋਰ ਡਿਟੇਲ ਵਿੱਚ ਗੱਲ ਕਰਾਂ ਤਾਂ ਮੈਨੂੰ ਲੱਗਾ ਕਿ ਉਹ ਇੱਕ ਲੰਬੇ ਸਮੇਂ ਦੀ ਮੰਗ ਕਰਦਾ ਹੈ। ਲੇਖਕ ਵੀ ਹਨ ਔਰ ਜੰਮੂ ਅਤੇ ਕਸ਼ਮੀਰ ਦੇ ਵਿੱਚ ਇਹਨਾਂ ਨੇ ਚੀਫ ਜਸਟਿਸ ਵਜੋਂ ਵੀ ਆਪਣੀ ਸੇਵਾ ਨਿਭਾਈ ਹੈ ਤੇ 2021 ਤੋਂ ਇਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਐਜ਼ ਅ ਮੈਂਬਰ ਕੰਮ ਕਰ ਰਹੇ ਨੇ। ਸਰ ਸਟੂਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ 10 ਦਸੰਬਰ ਨੂੰ ਜਿਵੇਂ ਅਸੀਂ ਜਾਣਦੇ ਹਾਂ ਕਿ ਹਰ ਸਾਲ ਨੈਸ਼ਨਲ ਹਿਊਮਨ ਰਾਈਟਸ ਡੇ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਤੇ ਅਸੀਂ ਤੁਹਾਡੇ ਕੋਲੋਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਇਹ ਦਿਨ ਦੀ ਕੀ ਖਾਸੀਅਤ ਹੈ ਔਰ ਅਸੀਂ ਇਸ ਨੂੰ ਕਿਉਂ ਮਨਾਉਂਦੇ ਹਾਂ। ਬਹੁਤ ਬਹੁਤ ਧੰਨਵਾਦ। ਮੈਨੂੰ ਖੁਸ਼ੀ ਹੈ ਕਿ ਅੱਜ ਤੁਹਾਡੇ ਕੋਲ ਆਉਣ ਦਾ ਮੌਕਾ ਮਿਲਿਆ ਤੇ ਦਰਸ਼ਕਾਂ ਨਾਲ ਜੁੜਨ ਦਾ ਮੌਕਾ ਮਿਲਿਆ। 10 ਦਸੰਬਰ ਦਾ ਦਿਹਾੜਾ ਇੱਕ ਇਤਿਹਾਸਕ ਦਿਨ ਹੈ। ਇਸ ਦਿਨ ਯੂਐਨਓ ਨੇ ਜਨਰਲ ਅਸੈਂਬਲੀ ਦੇ ਵਿੱਚ ਇੱਕ ਘੋਸ਼ਣਾ ਪੱਤਰ ਅਡਾਪਟ ਕੀਤਾ ਜਿਹਦੇ ਵਿੱਚ ਯੂਨੀਵਰਸਲ ਡੈਕਲੇਰੇਸ਼ਨ ਆਫ ਰਾਈਟਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਮਨੁੱਖੀ ਅਧਿਕਾਰਾਂ ਦਾ ਗਲੋਬਲ ਪੱਧਰ ਤੇ ਇੱਕ ਪਹਿਲਾ ਉਪਰਾਲਾ ਸੀ ਔਰ ਇਸ ਤੋਂ ਬਾਅਦ 1950 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਸਾਰੇ ਮੁਲਕਾਂ ਨੂੰ ਕਾਲ ਦਿੱਤੀ ਕਿ ਤੁਸੀਂ ਅੱਗੇ ਆਓ, ਇਹ ਹਿਊਮਨ ਰਾਈਟ ਡੈਕਲੇਰੇਸ਼ਨ ਨੂੰ ਅਡਾਪਟ ਕਰੋ ਤਾਂ ਕਿ ਹਰ ਇੱਕ ਮੁਲਕ ਦੇ ਨਾਗਰਿਕ ਕੋਲੇ ਹਿਊਮਨ ਰਾਈਟਸ ਕੀ ਹਨ, ਉਹਨਾਂ ਬਾਰੇ ਕੀ ਕੀਤਾ ਜਾਣਾ ਚਾਹੀਦਾ ਹੈ, ਉਹ ਸਾਰੀਆਂ ਚੀਜ਼ਾਂ ਪਹੁੰਚ ਜਾਣ। ਉਸ ਵਕਤ ਤਾਂ ਸਿਰਫ 48 ਮੁਲਕਾਂ ਨੇ ਇਹਦੇ ਤੇ ਦਸਤਖਤ ਕੀਤੇ ਸੀ ਤੇ ਹੁਣ ਇਹ ਸੰਖਿਆ ਵੱਧ ਕੇ 192 ਹੋ ਚੁੱਕੀ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਨਵ ਅਧਿਕਾਰਾਂ ਦੀ ਕਿੰਨੀ ਮਹੱਤਤਾ ਹੈ ਔਰ 10 ਦਸੰਬਰ ਦਾ ਦਿਨ ਇਹ ਜਾਗਰੂਕਤਾ ਪੈਦਾ ਕਰਨ ਦੇ ਲਈ ਹੀ ਮਨਾਇਆ ਜਾਂਦਾ ਹੈ। ਸੋ ਇਸ ਕਰਕੇ 10 ਦਸੰਬਰ ਹਰ ਇੱਕ ਸਾਲ ਐਜ਼ ਏ ਹਿਊਮਨ ਰਾਈਟ ਡੇ ਮਨਾਇਆ ਜਾਂਦਾ ਹੈ। ਸਰ ਵਿਸ਼ਵ ਪੱਧਰ ਤੇ ਤਾਂ ਅਸੀਂ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਮਨਾਉਂਦੇ ਹਾਂ, ਪਰ ਭਾਰਤ ਵਿੱਚ ਇਹਦਾ ਗਠਨ ਕਦੋਂ ਹੁੰਦਾ ਹੈ? ਭਾਰਤ ਵਿੱਚ ਮੈਡਮ 1993 ਦੇ ਵਿੱਚ ਪਾਰਲੀਮੈਂਟ ਨੇ ਇੱਕ ਐਕਟ ਬਣਾਇਆ ਜਿਹਦਾ ਨਾਮ ਸੀ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਐਕਟ 1993 ਤੇ 12 ਅਕਤੂਬਰ 1993 ਨੂੰ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਸਥਾਪਿਤ ਹੋ ਜਾਂਦਾ ਹੈ ਜੀ। ਉਸ ਤੋਂ ਬਾਅਦ ਲਗਾਤਾਰ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਕੰਮ ਕਰਦਾ ਆ ਰਿਹਾ ਹੈ। ਇਹਦਾ ਮੇਨ ਮੰਤਵ ਸੀ ਕਿ ਸਟੇਟਾਂ ਦੇ ਵਿੱਚ ਵੀ ਤੇ ਨੈਸ਼ਨਲ ਪੱਧਰ ਦੇ ਉੱਤੇ ਵੀ ਇੱਕ ਆਯੋਗ ਬਣੇ ਜੀ ਜਿਹੜਾ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਸਕੇ ਤਾਂ ਕਿ ਆਮ ਜਨਤਾ ਜਿਹੜੀ ਪੀੜਤ ਹੈ, ਜਿਨ੍ਹਾਂ ਕੋਲ ਕੋਈ ਪੈਸਾ ਨਹੀਂ, ਕੋਈ ਵਕੀਲ ਕਰਨ ਦੇ ਲਈ ਕੋਈ ਉਹਨਾਂ ਦੇ ਕੋਲ ਅਖਰਾਜਾਤ ਕਰਨ ਦੇ ਲਈ ਕੋਈ ਖਰਚ ਕਰਨ ਦੇ ਲਈ ਸਹੂਲੀਅਤ ਨਹੀਂ, ਉਹ ਮੁਫਤੀ ਸੇਵਾ ਅਸੀਂ ਕਮਿਸ਼ਨ ਦੀ ਤਰਫ ਤੋਂ ਦਿੰਦੇ ਹਾਂ। ਤੇ ਸਰ ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਕਿ ਹਿਊਮਨ ਰਾਈਟਸ ਕਮਿਸ਼ਨ ਕਿਸ ਕਿਸਮ ਦੀਆਂ ਜਿਹੜੀਆਂ ਆਮ ਨਾਗਰਿਕ ਦੀ ਸਮੱਸਿਆਵਾਂ ਨੂੰ ਲੈਂਦਾ ਹੈ ਔਰ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਕਰਦਾ ਹੈ? ਜਦ ਕਿਸੇ ਵੀ ਕਿਸਮ ਦੀ ਐਕਸੈਸ ਹੁੰਦੀ ਹੈ, ਪੁਲਿਸ ਐਕਸੈਸਿਸ, ਕਿਤੇ ਕ੍ਰਾਈਮ ਹੋਇਆ ਤੇ ਪੁਲਿਸ ਐਫਆਈਆਰ ਨਹੀਂ ਲਿਖਦੀ, ਕਿਤੇ ਪੁਲਿਸ ਨੇ ਝੂਠਾ ਕੇਸ ਬਣਾ ਦਿੱਤਾ ਹੈ, ਪੁਲਿਸ ਨੇ ਝੂਠੀ ਗ੍ਰਿਫਤਾਰੀ ਕਰ ਲਈ ਹੈ, ਗ੍ਰਿਫਤਾਰੀ ਕਰਨ ਤੋਂ ਬਾਅਦ ਟਾਰਚਰ ਕੀਤਾ ਜਾਂਦਾ ਹੈ, ਕਸਟੋਡੀਅਲ
ਕਸਟੋਡੀਅਲ ਡੈਥਸ ਹੁੰਦੀਆਂ, ਫਾਲਸ ਐਨਕਾਊਂਟਰ ਹੁੰਦੀਆਂ, ਉਸ ਕਿਸਮ ਦੀਆਂ ਸ਼ਿਕਾਇਤਾਂ ਸਾਡੇ ਕੋਲ ਰੋਜ਼ ਦਿਨ ਆਉਂਦੀਆਂ। ਇੱਥੋਂ ਤੱਕ ਕਿ ਅਸੀਂ ਕਮਿਸ਼ਨ ਵੱਲੋਂ ਇੱਕ ਡਾਇਰੈਕਸ਼ਨ ਜਾਰੀ ਕੀਤੀ ਹੋਈ ਹੈ ਕਿ ਜਦ ਵੀ ਕਦੇ ਕਸਟੋਡੀਅਲ ਡੈਥ ਹੋਏ ਤਾਂ 48 ਆਵਰ ਦੇ ਵਿੱਚ ਸਾਨੂੰ ਕਸਟੋਡੀਅਲ ਡੈਥ ਦੀ ਰਿਪੋਰਟ ਆਏ, ਤਾਂ ਕਿ ਅਸੀਂ ਦੇਖ ਸਕੀਏ ਕਿ ਇਹ ਕਸਟੋਡੀਅਲ ਡੈਥ ਕਿਸ ਕਾਰਨ ਹੋਈ ਹੈ। ਜਿੱਥੇ ਸਾਨੂੰ ਲੱਗਦਾ ਹੈ ਕਿ ਇਹ ਪੁਲਿਸ ਦੀਆਂ ਵਧੀਕੀਆਂ ਕਾਰਨ ਹੋਈ, ਉੱਥੇ ਅਸੀਂ ਕਾਰਵਾਈ ਕਰਦੇ ਹਾਂ, ਮੁਆਵਜ਼ਾ ਵੀ ਦਿਲਾਉਂਦੇ ਹਾਂ ਤੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਜਾਂਦਾ ਹੈ। ਜੀ ਸਰ, ਪਿਛਲੇ 27-28 ਸਾਲ ਤੋਂ ਤਕਰੀਬਨ ਅਸੀਂ ਹਰ ਸਾਲ ਹਿਊਮਨ ਰਾਈਟਸ ਡੇ ਜਿਹੜਾ ਹੈ ਉਹ ਮਨਾਉਂਦੇ ਹਾਂ, ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਸ ਨੂੰ ਸਿਰਫ ਇੱਕ ਰਸਮੀ ਤੌਰ ਤੇ ਅਸੀਂ ਇਸ ਦਿਨ ਨੂੰ ਮਨਾਉਂਦੇ ਹਾਂ, ਜਾਂ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਕਿਸੇ ਕਿਸਮ ਦੀ ਕੋਈ ਜਾਗ੍ਰਿਤੀ ਵੀ ਪੈਦਾ ਹੁੰਦੀ ਹੈ? ਮੈਂ ਸਮਝਦਾ ਕਿ ਜਦ ਹਿਊਮਨ ਰਾਈਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਇਹ ਬਹੁਤ ਬੜੇ ਪੱਧਰ ਤੇ ਕੀਤਾ ਜਾਂਦਾ ਹੈ। ਜੀ, ਹਿਊਮਨ ਰਾਈਟ ਕਮਿਸ਼ਨ ਦੇ ਜਿਹੜੇ ਮੈਂਬਰ ਹੈ, ਚਾਹੇ ਸਟੇਟਾਂ 'ਚ ਹੈ ਚਾਹੇ ਨੈਸ਼ਨਲ ਲੈਵਲ ਤੇ ਹੈ, ਸੁਪਰੀਮ ਕੋਰਟ ਦੇ ਜੱਜੀ, ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ, ਹੋਰ ਐਮੀਨੈਂਟ ਪਰਸਨੈਲਿਟੀ ਹੀ ਬਣਦੇ ਨੇ, ਤਾਂ ਕਿ ਇਹਨਾਂ ਦੀ ਹਿਊਮਨ ਰਾਈਟਸ ਦੀ ਸੁਰੱਖਿਆ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਰਹੇ, ਉਹਨਾਂ ਦੀ ਦੇਖ ਰੇਖ ਦੇ ਵਿੱਚ ਰਹੇ। ਤੇ ਜਦ 10 ਦਸੰਬਰ ਨੂੰ ਅਸੀਂ ਇਹ ਦਿਹਾੜਾ ਮਨਾਉਂਦੇ ਹਾਂ, ਇਹਦਾ ਮਕਸਦ ਇਹ ਹੈ ਕਿ ਹਰ ਇੱਕ ਕਾਰਨਰ ਤੇ ਆਵਾਜ਼ ਪਹੁੰਚੇ ਕਿ ਅਸੀਂ ਹਿਊਮਨ ਰਾਈਟ ਪ੍ਰੋਟੈਕਟ ਕਰਨ ਦੇ ਲਈ ਬੈਠੇ ਹਾਂ। ਕਿਸੇ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਹੈ, ਉਹ ਅੱਗੇ ਆਏ, ਆ ਕੇ ਸਾਨੂੰ ਚਿੱਠੀ ਦੁਆਰਾ, ਈਮੇਲ ਦੁਆਰਾ, ਕਿਸੇ ਵੀ ਢੰਗ ਦੇ ਨਾਲ ਬਿਨਾਂ ਕਿਸੇ ਫੀਸ ਤੋਂ ਸਾਨੂੰ ਦੱਸੇ ਤੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ। ਸਰ, ਹਿਊਮਨ ਰਾਈਟਸ ਕਮਿਸ਼ਨ ਜਿਹੜਾ ਹੈ, ਇਹਦੀ ਕਾਰਜ ਕਰਨ ਦੀ ਜਿਹੜੀ ਟੈਕਨੀਕ ਹੈ, ਅਸੀਂ ਉਹਦੇ ਬਾਰੇ ਤੁਹਾਡੇ ਕੋਲ ਜ਼ਰੂਰ ਜਾਣਨਾ ਚਾਹਾਂਗੇ। ਤੇ ਇਸ ਦੇ ਨਾਲ ਸਾਨੂੰ ਤੁਸੀਂ ਇਹ ਵੀ ਦੱਸੋ ਕਿ ਜਦੋਂ ਅਸੀਂ ਆਪਣੀ ਕਾਰਵਾਈ ਦੇ ਦੌਰਾਨ, ਤਹਿਕੀਕਾਤ ਦੇ ਦੌਰਾਨ ਕਿਸੇ ਨੂੰ ਦੋਸ਼ੀ ਪਾਉਂਦੇ ਹਾਂ, ਤਾਂ ਕੀ ਹਿਊਮਨ ਰਾਈਟਸ ਕਮਿਸ਼ਨ ਉਹਨੂੰ ਕੋਈ ਸਜ਼ਾ ਵੀ ਦੇ ਸਕਦਾ ਹੈ ਜਾਂ ਦਿੰਦਾ ਹੈ? ਹਿਊਮਨ ਰਾਈਟ ਕਮਿਸ਼ਨ ਕਾਨੂੰਨ ਤੌਰ ਦੇ ਉੱਤੇ ਇੱਕ ਸਿਫਾਰਿਸ਼ ਕਰਨ ਦਾ ਕੰਮ ਕਰਦਾ ਹੈ। ਅੱਛਾ, ਇਹ ਸਿਫਾਰਿਸ਼ਾਂ ਕਰਦਾ ਹੈ ਕਿ ਇਹ ਕੰਮ ਗਲਤ ਹੋਇਆ, ਇਹਨੂੰ ਇਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਮੰਨ ਲਓ ਕਿ ਕਸਟੋਡੀਅਲ ਡੈਥ ਹੋਈ ਤੇ ਉਹਦੇ 'ਚ ਪਾਇਆ ਗਿਆ, ਅਸੀਂ ਇਨਵੈਸਟੀਗੇਸ਼ਨ ਕਰਾਈ, ਸਟੇਟ ਚੀਫ ਸੈਕਟਰੀ ਤੋਂ ਰਿਪੋਰਟ ਮੰਗੀ, DGP ਤੋਂ ਰਿਪੋਰਟ ਮੰਗੀ, ਜਾਂ ਜਿੱਥੇ ਸਾਨੂੰ ਸ਼ੱਕ ਹੋਏ ਤਾਂ ਅਸੀਂ ਆਪਣੀ ਟੀਮ ਵੀ ਭੇਜਦੇ ਹਾਂ, ਸਾਡੇ ਕੋਲ ਆਪਣੀ ਇਨਵੈਸਟੀਗੇਸ਼ਨ ਟੀਮਾਂ ਵੀ ਹੈ। ਅਸੀਂ ਉਹਨਾਂ ਤੋਂ ਰਿਪੋਰਟ ਲੈਣ ਤੋਂ ਬਾਅਦ ਜੇ ਇਹ ਮਹਿਸੂਸ ਕਰਦੇ ਹਾਂ ਕਿ ਇਹਦੇ ਵਿੱਚ ਪੁਲਿਸ ਵਾਲਿਆਂ ਨੇ ਅਣਗਹਿਲੀ ਕੀਤੀ ਜਾਂ ਇੰਨਾ ਟੌਰਚਰ ਕੀਤਾ ਕਿ ਉਹਦੀ ਡੈਥ ਹੋ ਗਈ, ਤਾਂ ਅਸੀਂ ਨੈਕਸਟ ਆਫ ਕਿਨ ਨੂੰ 5 ਲੱਖ 7 ਲੱਖ ਰੁਪਇਆ ਇਮੀਡੀਏਟ ਕੰਪਨਸੇਸ਼ਨ ਦਿਲਾਉਣ ਦੀ ਸਿਫਾਰਿਸ਼ ਕਰਦੇ ਹਾਂ, ਔਰ ਆਰਡੀਨਰੀਲੀ ਹਰ ਇੱਕ ਕੇਸ 'ਚ ਪੈਸਾ ਦੇ ਦਿੱਤਾ ਜਾਂਦਾ ਹੈ। ਨੰਬਰ 2 ਦੇ ਉੱਤੇ ਅਸੀਂ ਜਿਹੜੇ ਪੁਲਿਸ ਆਫੀਸਰ ਨੇ ਕੋਈ ਵਧੀਕੀ ਕੀਤੀ ਹੁੰਦੀ ਹੈ, ਉਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਲੈਣ ਦੇ ਲਈ ਵੀ ਸਿਫਾਰਿਸ਼ ਕਰਦੇ ਹਾਂ। ਬਹੁਤ ਸਾਰੇ ਕੇਸਾਂ ਦੇ ਵਿੱਚ ਕਈ ਪੁਲਿਸ ਆਫੀਸਰਾਂ ਨੂੰ ਰਿਵਰਸ਼ਨ ਆਰਡਰ ਵੀ ਹੋਏ ਨੇ, ਜੁਰਮਾਨੇ ਵੀ ਲੱਗੇ ਨੇ, ਇਨਕਰੀਮੈਂਟਾਂ ਵੀ ਰੁਕੀਆਂ ਹਨ। ਇਹ ਸਾਰੀ ਕਾਰਵਾਈ ਕਮਿਸ਼ਨ ਦੀ ਤਰਫ ਤੋਂ ਕੀਤੀ ਜਾਂਦੀ ਹੈ। ਸਰ, ਸਾਡੇ ਮੁਲਕ ਵਿੱਚ ਕੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸੈਂਟਰਲੀ ਹੈ ਜਾਂ ਸਾਡੇ ਰਾਜਾਂ ਵਿੱਚ ਵੱਖੋ ਵੱਖਰੇ ਰਾਜ ਜਿਹੜੇ ਸਾਡੇ ਹਿੰਦੁਸਤਾਨ ਦੇ ਹੈਗੇ ਨੇ, ਸਟੇਟਸ ਹੈਗੇ ਨੇ, ਕਿ ਉਹਨਾਂ ਦੇ ਵਿੱਚ ਉਹਨਾਂ ਦੀ ਕੋਈ ਆਪਣੀ ਸੁਤੰਤਰ ਇੱਕ ਵੱਖਰੀ ਹੋਂਦ ਵੀ ਹੈਗੀ ਹੈ? ਇਹਦੇ ਬਾਰੇ ਵੀ ਸਾਨੂੰ ਥੋੜੀ ਜਾਣਕਾਰੀ ਦਿਓ। ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇੱਕ ਬਹੁਤ ਬੜਾ ਅਦਾਰਾ ਹੈ। ਰਾਜਾਂ ਦੇ ਵਿੱਚ ਵੀ ਸਟੇਟ ਕਮਿਸ਼ਨ ਬਣੇ ਹੋਏ ਨੇ। ਅੱਛਾ ਜੀ। ਇਸ ਵਕਤ 25 ਰਾਜਾਂ ਦੇ ਵਿੱਚ ਸਟੇਟ ਕਮਿਸ਼ਨ ਕੰਮ ਕਰ ਰਹੇ ਨੇ। ਜਿਨ੍ਹਾਂ ਰਾਜਾਂ ਦੇ ਵਿੱਚ ਕਮਿਸ਼ਨ ਨਹੀਂ ਹੈਗੇ ਜਾਂ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਨੇ,
ਉੱਥੋਂ ਦੀਆਂ ਸਾਰੀਆਂ ਕੰਪਲੇਂਟ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ 'ਚ ਆਉਂਦੀਆਂ ਨੇ। ਬਾਕੀ ਪ੍ਰਾਂਤਾਂ ਦੇ ਵਿੱਚੋਂ ਵੀ ਆ ਸਕਦੀਆਂ ਹਨ, ਕਿਉਂਕਿ ਕਈ ਵਾਰੀ ਨਾਗਰਿਕ ਨੂੰ ਜ਼ਿਆਦਾ ਭਰੋਸਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ 'ਤੇ ਹੈ ਤੇ ਅਸੀਂ ਫਿਰ ਉਹ ਕੰਪਲੇਂਟ ਵੀ ਐਂਟਰਟੇਨ ਕਰ ਸਕਦੇ ਹਾਂ। ਮਗਰ ਜਿਨ੍ਹਾਂ ਕੰਪਲੇਂਟਸ ਦਾ ਪ੍ਰਾਂਤਾਂ ਦੇ ਵਿੱਚ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਸੰਗਿਆਨ ਲਿੱਤਾ ਹੋਇਆ ਹੈ, ਅਸੀਂ ਫਿਰ ਉਹਦੇ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ ਕਰਦੇ ਜੀ। ਤਾਂ ਫਿਰ ਉਹ ਸੋਚਦੇ ਆ ਕਿ ਉਹ ਖੁਦ ਹੀ ਉਹਨੂੰ ਕਰਨ ਦੇ ਵਿੱਚ ਸਮਰਥ ਹਨ ਤੇ ਇਸ ਕਰਕੇ ਰਾਜ ਹਿਊਮਨ ਰਾਈਟ ਯਾਨੀ ਕਮਿਸ਼ਨ ਕਿ ਜਿਹੜੇ ਸਟੇਟ ਲੈਵਲ ਦੇ ਹਿਊਮਨ ਰਾਈਟਸ ਕਮਿਸ਼ਨ ਨੇ ਉਹ ਇੰਡੀਪੈਂਡੈਂਟਲੀ ਆਪਣਾ ਕੰਮ ਕਰਦੇ ਇੰਡੀਪੈਂਡੈਂਟ ਆਪਣਾ ਕੰਮ ਕਰਦੇ ਹਨ। ਮਗਰ ਅਸੀਂ ਸਮੇਂ-ਸਮੇਂ ਤੇ ਉਹਨਾਂ ਨੂੰ ਗਾਈਡੈਂਸ ਦੇ ਤੌਰ ਦੇ ਉੱਤੇ ਕਾਨਫਰੰਸ ਕਰਕੇ, ਉਹ ਸਾਰੇ ਉਹਨਾਂ ਦੇ ਚੇਅਰਮੈਨ ਸਾਡੇ ਕੋਲੇ ਆ ਕੇ ਕਾਨਫਰੰਸ ਵਗੈਰਾ ਕਰਕੇ ਅਸੀਂ ਥੋੜੀ ਬਹੁਤ ਗਾਈਡੈਂਸ ਜ਼ਰੂਰ ਦਿੰਦੇ ਹਾਂ ਕਿ ਇਹ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤੁਸੀਂ ਇਹ ਜੇ ਠੀਕ ਸਮਝੋ ਤਾਂ ਇਹ ਕਰ ਲਓ। ਮਗਰ ਉਹ ਆਪਣੇ ਆਪ 'ਚ ਸੁਤੰਤਰ ਹਨ। ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ, ਇਹ ਘੱਟ ਸਿੱਖਿਅਤ ਲੋਕ, ਘੱਟ ਜਾਗਰੂਕ ਲੋਕ ਜਾਂ ਘੱਟ ਗਿਣਤੀ, ਜਿਨ੍ਹਾਂ ਨੂੰ ਅਸੀਂ ਮਾਈਨੋਰਟੀਜ਼ ਕਹਿੰਦੇ ਹਾਂ, ਜਾਂ ਸਾਡੇ ਜਿਹੜੇ ਅਵਿਕਸਿਤ ਇਲਾਕੇ ਨੇ, ਉਹਨਾਂ ਤੱਕ ਇਹਨਾਂ ਦੀ ਪਹੁੰਚ ਕਿਵੇਂ ਬਣਦੀ ਹੈ, ਜਾਂ ਹਿਊਮਨ ਰਾਈਟ ਕਮਿਸ਼ਨ ਉਹਨਾਂ ਤੱਕ ਆਪਣਾ ਸੰਪਰਕ ਕਿਵੇਂ ਜਿਹੜਾ ਸਥਾਪਿਤ ਕਰਦਾ ਹੈ? ਹਾਂ, ਇਹ ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਅਸੀਂ ਟਰਾਈਬਲ ਏਰੀਆਜ਼ ਦੇ ਵਿੱਚ, ਅਸੀਂ ਪਹਾੜੀ ਇਲਾਕਿਆਂ ਦੇ ਵਿੱਚ ਵੇਰੀਅਸ NGO ਦੇ ਥਰੂ ਹੋਰ ਉਪਰਾਲੇ ਕਰਕੇ, ਜਿਵੇਂ ਕਿ ਅਸੀਂ ਟਾਈਮ ਟੂ ਟਾਈਮ ਐਡਵਾਈਜ਼ਰੀਜ਼ ਇਸ਼ੂ ਕਰਦੇ ਹਾਂ, ਰੀਜਨਲ ਲੈਂਗੁਏਜਸ ਦੇ ਵਿੱਚ ਕਰਦੇ ਹਾਂ ਤੇ ਵੋਲੰਟੀਅਰਸ ਨੂੰ ਭੇਜ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਮ ਬੰਦਿਆਂ ਕੋਲੇ ਉਹ ਚੀਜ਼ ਪਹੁੰਚੇ। ਇਸ ਵਕਤ ਅਸੀਂ ਨੈਕਸਟ ਵੀਕ ਹੀ ਕੈਂਪ ਕੋਟ ਕਰਨ ਜਾ ਰਹੇ ਹਾਂ। ਪੂਰੇ ਦਾ ਪੂਰਾ ਕਮਿਸ਼ਨ ਮੇਘਾਲਿਆ ਤੇ ਗੁਹਾਟੀ ਦੇ ਵਿੱਚ ਇੱਕ ਹਫ਼ਤੇ ਲਈ ਬੈਠੇਗਾ। 5 ਦਿਨ ਅਸੀਂ ਉਸ ਏਰੀਆ ਵਿੱਚ ਹੋਵਾਂਗੇ, 13 ਦਸੰਬਰ ਤੋਂ ਲੈ ਕੇ 18 ਦਸੰਬਰ ਤੱਕ। ਤੇ ਕੁਛ ਦਿਨ ਅਸੀਂ ਮੇਘਾਲਿਆ ਹੋਵਾਂਗੇ, ਕੁਛ ਦਿਨ ਅਸੀਂ ਗੁਹਾਟੀ ਹੋਵਾਂਗੇ। ਇਹ ਉਸ ਦੇ ਸਿਲਸਿਲੇ ਦੀ ਇੱਕ ਕੜੀ ਹੈ ਜਿਹਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟਰਾਈਬਲ ਏਰੀਆ ਦੇ ਵਿੱਚ ਪਹੁੰਚਿਆ ਜਾਏ, ਤਾਂ ਘੱਟ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਪਹੁੰਚਿਆ ਜਾਏ, ਤਾਂ ਕਿ ਉਹਨਾਂ 'ਚ ਜਾਗਰੂਕਤਾ ਵੀ ਆਏ ਤੇ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਉੱਥੇ ਸੁਣ ਕੇ ਉੱਥੇ ਹੀ ਕੀਤਾ ਜਾਏ, ਤਾਂ ਕਿ ਲੋਕਲ ਐਡਮਿਨਿਸਟ੍ਰੇਸ਼ਨ ਵੀ ਉੱਥੇ ਮੌਜੂਦ ਰਹਿੰਦੀ ਹੈ। ਉਹਨਾਂ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਦਿੱਲੀ ਬੈਠੇ ਹੀ ਕੰਮ ਨਹੀਂ ਹੁੰਦੇ, ਇਹ ਲੋਕ ਸਾਨੂੰ ਸਾਹਮਣੇ ਆਮਣੇ ਆ ਕੇ ਵੀ ਗੱਲ ਕਰ ਸਕਦੇ ਨੇ। ਉਹਦੇ ਨਾਲ ਇੱਕ ਕੌਨਫੀਡੈਂਸ ਬਿਲਡਿੰਗ ਹੁੰਦੀ ਹੈ। ਉਹਦੇ ਨਾਲ ਇੱਕ ਜਿਹੜੇ ਐਕਸੈਸ ਕਰਨ ਵਾਲੇ ਲੋਕ ਹੈ, ਐਕਸੈਸਿਸ ਕਰਨ ਵਾਲੇ ਲੋਕ ਆ, ਉਹਨਾਂ 'ਤੇ ਚੈੱਕ ਐਂਡ ਬੈਲੈਂਸ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਕਰੋਨਾ ਪੀਰੀਅਡ ਤੋਂ ਬਾਅਦ ਅਸੀਂ ਇਹ ਦੁਬਾਰਾ ਰਿਵਾਈਵ ਕੀਤਾ ਹੈ। ਬਹੁਤ ਅੱਛਾ ਉਪਰਾਲਾ ਹੈ ਸਰ ਕਿ ਇੱਕ ਆਮ ਨਾਗਰਿਕ ਤੱਕ, ਜਿਹੜਾ ਇਸ ਤੋਂ ਜਾਣੂ ਨਹੀਂ ਹੈ, ਉਹਦੇ ਤੱਕ ਉਹਨੂੰ ਪਹੁੰਚਣਾ ਤੇ ਉਸ ਦੇ ਸਮੱਸਿਆ ਦਾ ਨਿਦਾਨ ਕਰਨਾ। ਜੀ ਜੀ ਸਰ, ਮੈਂ ਇੱਕ ਹੋਰ ਜਾਣਕਾਰੀ ਤੁਹਾਡੇ ਕੋਲੋਂ ਚਾਹਾਂਗੀ ਕਿ ਮੰਨ ਲਓ ਕੋਈ ਜਿਹੜਾ ਮੁਕੱਦਮਾ ਹੈ, ਸਬ ਜੂਡੀਅਸ ਹੈ, ਨਿਆਂ ਅਧੀਨ ਜਿਹੜਾ ਉਹ ਚੱਲ ਰਿਹਾ ਹੈ, ਤੇ ਕੀ ਅਜਿਹੇ ਵੇਲੇ ਉਸ ਦੇ ਨਾਲ ਸੰਬੰਧਿਤ ਜੇ ਕੋਈ ਹਿਊਮਨ ਰਾਈਟ ਕਮਿਸ਼ਨ ਵਿੱਚ ਜਾ ਕੇ ਆਪਣੀ ਫਰਿਆਦ ਕਰੇ ਤਾਂ ਕੀ ਇਹ ਸੰਭਵ ਹੈ? ਜਿਹੜੇ ਮਾਮਲੇ ਅਦਾਲਤਾਂ ਦੇ ਵਿੱਚ ਹਨ, ਅਸੀਂ ਆਮ ਤੌਰ 'ਤੇ ਉਹ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਦੇ, ਕਿਉਂਕਿ ਨਾਗਰਿਕ ਨੇ ਜਦ ਇੱਕ ਰੈਮਡੀ ਅਵੇਲ ਕਰ ਲਿੱਤੀ ਹੈ ਤਾਂ ਅਸੀਂ ਮਲਟੀਪਲ ਰੈਮਡੀ ਅਵੋਇਡ ਕਰਦੇ ਹਾਂ। ਇਹ ਵੈਸੇ ਰੂਲ ਰੈਗੂਲੇਸ਼ਨ ਪਰਮਿਸ਼ਨ ਵੀ ਨਹੀਂ ਦਿੰਦੇ। ਹਾਂ, ਇੱਕੋ ਹੀ ਇੱਕ ਐਕਸੈਪਸ਼ਨ ਹੈ, ਜੇ ਅਦਾਲਤ ਹੀ ਸਾਨੂੰ ਕਹਿ ਦੇ ਜਾਂ ਅਦਾਲਤ ਇਜਾਜ਼ਤ ਦੇ ਦੇ। ਜਿਵੇਂ ਦੇਖਿਆ ਹੋਏਗਾ ਤੁਸੀਂ ਕਿ ਕੈਲਕੱਤਾ ਦੇ ਵਿੱਚ ਕੈਲਕੱਤਾ ਹਾਈ ਕੋਰਟ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਕਿ ਹਿਊਮਨ ਰਾਈਟ ਕਮਿਸ਼ਨ ਦੀ ਟੀਮ ਆ ਕੇ ਜਿਹੜੀਆਂ ਵੀ ਉਰੇ ਵਧੀਕੀਆਂ ਹੋਈਆਂ ਉਹਨਾਂ ਦੀ ਇਨਕੁਆਇਰੀ ਕਰੇ ਤੇ ਜਾਂਚ ਕਰਕੇ ਸਾਨੂੰ ਰਿਪੋਰਟ ਦੇ। ਅੱਛਾ ਜੀ। ਉਹ ਮਾਮਲਾ ਹੁਣ ਅਦਾਲਤ ਦੇ ਕੋਲ ਸੀ, ਪਰ ਐਸਾ ਕੋਈ ਰੂਲ ਨਹੀਂ ਕਿ ਜੇ ਅਦਾਲਤ ਵੀ ਕਹੇ ਫਿਰ ਵੀ ਅਸੀਂ ਨਹੀਂ ਕਰਾਂਗੇ ਜੀ। ਤਾਂ ਅਦਾਲਤ ਦੇ ਕਹਿਣ ਦੇ ਉੱਤੇ ਜਾਂ ਅਦਾਲਤ ਦੀ ਇਜਾਜ਼ਤ ਦੇ ਨਾਲ ਅਸੀਂ ਕੋਈ ਵੀ ਕੰਪਲੇਂਟ ਟੇਕਅਪ ਕਰ ਸਕਦੇ ਹਾਂ। ਅੱਛਾ ਜੀ।
ਸਰ ਜੇ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈ ਕੋਈ ਪੀੜਿਤ ਜਿਹੜਾ ਕਿ ਆਰਥਿਕ ਪੱਖੋਂ ਲੋੜਵੰਦ ਹੈ ਕਿ ਉਹਦੀ ਕੋਈ ਆਰਥਿਕ ਤੌਰ ਤੇ ਮਦਦ ਕਰਨ ਵਿੱਚ ਵੀ ਕਾਰਜਸ਼ੀਲ ਹੈ? ਜੀ ਹਾਂ, ਬਹੁਤ ਸਾਰੀਆਂ ਸਕੀਮਾਂ ਸਰਕਾਰ ਦੀਆਂ ਬਣੀਆਂ ਹੋਈਆਂ ਹਨ, ਚਾਹੇ ਉਹ ਬੈਕਵਰਡ ਕਲਾਸਿਸ ਦੇ ਲਈ, ਬੈਕਵਰਡ ਏਰੀਆਜ਼ ਦੇ ਲਈ, ਟਰਾਈਬਲ ਏਰੀਆਜ਼ ਦੇ ਲਈ। ਜਦ ਉਹਨਾਂ ਸਕੀਮਾਂ ਦਾ ਫਾਇਦਾ ਲੋਕਾਂ ਦੇ ਕੋਲ ਨਹੀਂ ਪਹੁੰਚਦਾ ਤਾਂ ਕੋਈ ਐਸੀ ਕੰਪਲੇਂਟ ਸਾਡੇ ਕੋਲ ਆਉਂਦੀ ਹੈ ਤਾਂ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਇਸ ਸਕੀਮ ਦੇ ਨੀਚੇ ਇਹ ਪੈਸਾ ਦੇਣਾ ਬਣਦਾ ਹੈ। ਤਾਂ ਸਰਕਾਰ ਸਾਡੀ ਗੱਲ ਨੂੰ ਮੰਨਦੇ ਹੋਏ ਜ਼ਿਆਦਾਤਰ ਕੇਸਾਂ ਦੇ ਵਿੱਚ ਉਹ ਪੈਸਾ ਉਹਨਾਂ ਨੂੰ ਦੇ ਦਿੰਦੀ ਹੈ ਸਕੀਮਾਂ ਦੇ ਨੀਚੇ। ਜਿਹੜੀਆਂ ਸਕੀਮਾਂ ਸਰਕਾਰ ਨੇ, ਕਿਉਂਕਿ ਆਮ ਆਦਮੀ ਨੂੰ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਵੀ ਸਕੀਮ ਹੈ, ਉਹ ਵੀ ਸਕੀਮ ਹੈ, ਤਾਂ ਅਸੀਂ ਫਿਰ ਉਹ ਚਾਹੇ ਟਰਾਈਬਲ ਏਰੀਆਜ਼ ਦੇ ਹੈ, ਚਾਹੇ ਬੈਕਵਰਡ ਕਲਾਸਿਸ ਦੇ ਲੋਕਾਂ ਦੀ ਹੈ, ਚਾਹੇ ਇਕਨੋਮਿਕਲੀ ਨੀਡੀ ਲੋਕ ਹੈ, ਚਿਲਡਰਨ ਹੈ, ਵੂਮਨ ਹੈ ਜਿਨ੍ਹਾਂ ਨੂੰ ਡਿਜ਼ਰਟਡ ਵੂਮਨ ਹੈ ਜਾਂ ਡਾਈਵੋਰਸ ਵੂਮਨ ਹੈ, ਉਹਨਾਂ ਦੇ ਲਈ ਬੜੇ ਸਕੀਮਸ ਬਣੀਆਂ ਹੋਈਆਂ ਜੀ। ਤੇ ਅਸੀਂ ਉਹ ਸਕੀਮਾਂ ਦੇ ਫਾਇਦੇ ਉਹਨਾਂ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਉਸ ਤਰ੍ਹਾਂ ਅਸੀਂ ਇਕਨੋਮਿਕਲੀ ਵੀ ਉਹਨਾਂ ਨੂੰ ਬੈਨੀਫਿਟ ਦਿੰਦੇ ਹਾਂ। ਤੇ ਆਰਥਿਕ ਮਦਦ ਦੇ ਨਾਲ ਕੀ ਕਮਿਸ਼ਨ ਕੋਈ ਕਾਨੂੰਨੀ ਮਦਦ ਲਈ ਵੀ ਜਿਹੜਾ ਹੈ ਨਾਗਰਿਕਾਂ ਦੇ ਲਈ? ਹਾਂ, ਇਹ ਬੜਾ ਅੱਛਾ ਸਵਾਲ ਕੀਤਾ ਤੁਸੀਂ। ਮੈਂ ਸਮਝਦਾ ਹਾਂ ਕਿ ਜੀ ਅਸੀਂ ਕੋਈ ਇੰਡੀਪੈਂਡੈਂਟ, ਸਾਡੇ ਕੋਲ ਇਸ ਤਰ੍ਹਾਂ ਦੀ ਏਜੰਸੀ ਤਾਂ ਨਹੀਂ ਕਿ ਅਸੀਂ ਕਾਨੂੰਨੀ ਸਹਾਇਤਾ ਦੇ ਸਕੀਏ, ਮਗਰ ਲੀਗਲ ਸਰਵਿਸਿਜ਼ ਅਥਾਰਟੀ ਦੇ ਨੀਚੇ ਹਰ ਇੱਕ ਜਗ੍ਹਾ ਸਟੇਟ ਦੇ ਵਿੱਚ ਲੀਗਲ ਸਰਵਿਸਿਜ਼ ਅਥਾਰਟੀਜ਼ ਕੰਮ ਕਰਦੀਆਂ। ਅਸੀਂ ਉਹਨਾਂ ਨੂੰ ਰਿਕੁਐਸਟ ਕਰ ਦਿੰਦੇ ਹਾਂ ਔਰ ਉਹ ਲੀਗਲ ਸਰਵਿਸਿਜ਼ ਅਥਾਰਟੀ ਵਾਲੇ ਇੱਕ ਕਾਬਲ ਵਕੀਲ ਦੀ ਮਦਦ ਜ਼ਰੂਰ ਦੇ ਦਿੰਦੇ ਨੇ। ਤਾਂ ਇਸ ਤਰ੍ਹਾਂ ਅਸੀਂ ਕਾਨੂੰਨੀ ਸਹਾਇਤਾ ਵੀ ਕਰਦੇ ਹਾਂ। ਇਹਦਾ ਮਤਲਬ ਇਹ ਹੋਇਆ ਕਿ ਹਿਊਮਨ ਰਾਈਟਸ ਕਮਿਸ਼ਨ ਦੇ ਰਾਹੀਂ ਆਮ ਨਾਗਰਿਕ ਤੱਕ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਮੁਹੱਈਆ ਹੁੰਦੀਆਂ ਨੇ ਔਰ ਇੱਕ ਸਮਾਜ ਵਿੱਚ ਰਹਿਣ ਵਾਲਾ ਆਮ ਵਿਅਕਤੀ ਜਿਹੜਾ ਹੈ ਜਿਹਦੀ ਕਿ ਆਰਥਿਕ ਸੰਕਟ ਵੀ ਹੈ, ਉਹਦੇ ਲਈ ਵੀ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਹੈ ਉਹ ਕੰਮ ਕਰਦਾ ਹੈ। ਜੀ ਸਰ, ਤੁਸੀਂ ਹੁਣੇ ਫੀਮੇਲ ਦੇ ਬਾਰੇ, ਵੂਮਨ ਦੇ ਬਾਰੇ, ਔਰਤ ਬਾਰੇ ਗੱਲ ਕਰ ਰਹੇ ਸੀ। ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਸਾਡੇ ਮੁਲਕ ਵਿੱਚ ਜਿਸ ਕਿਸਮ ਦੀ ਔਰਤ ਦੇ ਨਾਲ ਟ੍ਰੈਜਿਸ ਹੁੰਦੀਆਂ ਨੇ ਜਾਂ ਜਿਸ ਕਿਸਮ ਦੇ ਉਹ ਇਹ ਕਹਿ ਲਓ ਕਿ ਉਤਪੀੜਨ ਦਾ ਸ਼ਿਕਾਰ ਹੁੰਦੀ ਹੈ, ਕਿ ਹਿਊਮਨ ਰਾਈਟਸ ਕਮਿਸ਼ਨ ਉਹਦੇ ਵਾਸਤੇ ਕੀ ਕੁਛ ਜਿਹੜਾ ਹੈ, ਔਰਤ ਜੇ ਕਿਸੇ ਸਮੱਸਿਆ ਵਿੱਚ ਹੁੰਦੀ ਹੈ ਤਾਂ ਉਹਦੇ ਲਈ ਉਹ ਕਿਵੇਂ ਕਾਰਜ ਕਰਦਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣੀ ਜ਼ਰੂਰੀ ਸਮਝਦਾ ਹਾਂ ਡਾਕਟਰ ਜਸਪਾਲ ਜੀ ਕਿ 1993 ਦੇ ਐਕਟ ਦੇ ਵਿੱਚ ਪਹਿਲਾਂ ਕਿਸੇ ਵੂਮਨ ਮੈਂਬਰ ਦੀ ਪ੍ਰੋਵੀਜ਼ਨ ਨਹੀਂ ਸੀ, ਮਗਰ ਵੂਮਨ ਮੈਂਬਰ ਦੀ ਪ੍ਰੋਵੀਜ਼ਨ ਬਣਾਈ ਗਈ ਤੇ ਇਸ ਵਕਤ ਸਾਡੇ ਨਾਲ ਇੱਕ ਵੂਮਨ ਮੈਂਬਰ ਪਬਲਿਕ ਲਾਈਫ ਤੋਂ ਆ ਕੇ ਕੰਮ ਕਰ ਰਹੇ ਨੇ ਔਰ ਬੜੇ ਅੱਛੇ ਲੈਵਲ ਤੇ ਕੰਮ ਕਰਦੇ ਨੇ। ਜਿੱਥੇ ਤੱਕ ਵੂਮਨ ਦਾ ਤਾਲੁਕ ਹੈ, ਸਮਾਜ ਦੇ ਵਿੱਚ ਅੱਜ ਵੀ ਬਹੁਤ ਲੋੜ ਹੈ ਕਿ ਕਿਉਂਕਿ 50% ਪਾਪੂਲੇਸ਼ਨ ਦਾ ਹਿੱਸਾ ਨੇ, ਦੂਸਰੇ ਮਾਤਰ ਸ਼ਕਤੀ ਹੋਣ ਦੇ ਨਾਤੇ ਬੱਚਿਆਂ ਦੇ ਉੱਤੇ ਕਿੰਨਾ ਅਸਰ ਪੈਣਾ, ਇਸ ਗੱਲ ਦੀ ਮਹੱਤਵਤਾ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਵੂਮਨ ਲਿਟਰੇਸੀ, ਵੂਮਨ ਅਪਲਿਫਟਮੈਂਟ ਦੇ ਬਹੁਤ ਸਾਰੇ ਪ੍ਰੋਗਰਾਮ ਕਰਦੇ ਹਾਂ। ਔਰ ਮੈਡਮ ਜੋਤਿਕਾ ਕਾਲਰਾ ਸਾਡੇ ਵੂਮਨ ਮੈਂਬਰ ਨੇ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕੀਤੀਆਂ ਜਿਹਦੇ ਨਾਲ ਕਿ ਜਿਵੇਂ ਕਿ ਪਰਿਵਾਰਿਕ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਦੇ ਵਿੱਚ ਜੀ ਅਸੀਂ ਕੰਪਨਸੇਸ਼ਨ ਦਿਲਾਉਂਦੇ ਹਾਂ। ਅੱਛਾ ਜੀ। ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਅਸੀਂ ਸਪੈਸ਼ਲੀ ਰਿਪੋਰਟਾਂ ਮੰਗਾ ਕੇ ਜਿੱਥੇ ਕੋਈ ਮੇਲ ਤੰਗ ਕਰਦਾ ਬੱਚਿਆਂ ਨੂੰ ਤੇ ਫੀਮੇਲ ਨੂੰ, ਵਾਈਫ ਨੂੰ, ਉਹਨਾਂ ਲਈ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਜੀਵਨ ਵਧੀਆ ਚੱਲੇ, ਪਰ ਜਿੱਥੇ ਕੰਪਨਸੇਸ਼ਨ ਦੇਣ ਦੀ ਲੋੜ ਆਉਂਦੀ ਹੈ ਤਾਂ ਅਸੀਂ ਉਹ ਦਿਲਾਉਂਦੇ ਹਾਂ। ਜੀ ਸਰ, ਇੱਕ ਗੱਲ ਮੈਂ ਹੋਰ ਜਾਣਨਾ ਚਾਹਾਂਗੀ ਕਿ ਜਿਹੜਾ ਕਮਿਸ਼ਨ ਹੈ ਇਹ ਟਾਈਮ ਟੂ ਟਾਈਮ, ਸਮੇਂ-ਸਮੇਂ 'ਤੇ ਕੋਈ ਅਜਿਹੇ ਉਪਰਾਲੇ ਵੀ ਕਰਦਾ ਹੈ ਜਿਹਦੇ ਵਿੱਚ ਆਮ
ਸਮਾਜ ਵਿੱਚ ਰਹਿਣ ਵਾਲੇ ਆਮ ਵਿਅਕਤੀ ਦੇ ਅੰਦਰ ਇਹ ਜਾਗਰੂਕਤਾ ਚੇਤਨਾ ਪੈਦਾ ਕੀਤੀ ਜਾਵੇ ਕਿ ਇੱਕ ਅਜਿਹਾ ਆਯੋਗ ਉਹਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਬਣਿਆ ਹੈ ਔਰ ਆਮ ਅਸੀਂ ਦੇਖਦੇ ਹਾਂ ਸਮਾਜ ਵਿੱਚ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਉਹਦੇ ਕੋਲ ਇਹਦੀ ਜਾਣਕਾਰੀ ਨਹੀਂ ਹੁੰਦੀ। ਤਾਂ ਉਹਦੇ ਵਿੱਚ ਵਾਸਤੇ ਤੁਸੀਂ ਕਿਹੋ ਜਿਹੇ ਪ੍ਰੋਗਰਾਮ ਜਿਹੜੇ ਹੈ ਆਰਗੇਨਾਈਜ਼ ਕਰਦੇ ਹੋ ਤਾਂ ਕਿ ਆਮ ਵਿਅਕਤੀ ਤੱਕ ਇਸ ਦੀ ਜਾਣਕਾਰੀ ਪਹੁੰਚ ਸਕੇ? ਮੈਡਮ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅਸੀਂ ਸੈਮੀਨਾਰ ਕਰਦੇ ਹਾਂ, ਕਰੋਨਾ ਦੌਰਾਨ ਵੀ ਅਸੀਂ ਵੈਬੀਨਾਰ ਬੜੇ ਕੀਤੇ ਔਰ ਅਸੀਂ ਵਰਕ ਫਰੋਮ ਹੋਮ ਦਾ ਕਲਚਰ ਨਹੀਂ ਛੱਡਿਆ, ਅਸੀਂ ਵੈਬੀਨਾਰ ਕਰਦੇ ਹੀ ਰਹੇ ਹਾਂ। ਐਡਵਾਈਜ਼ਰੀ ਇਸ਼ੂ ਕੀਤੀਆਂ, 32 ਐਡਵਾਈਜ਼ਰੀ ਇਸ਼ੂ ਕੀਤੀਆਂ ਕਰੋਨਾ ਦੇ ਬਾਰੇ, ਤੇ 22 ਹੁਣ ਦੁਬਾਰਾ ਫਿਰ ਇਸ਼ੂ ਕੀਤੀਆਂ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਔਰ ਅਲੱਗ-ਅਲੱਗ ਭਾਸ਼ਾ ਦੇ ਵਿੱਚ ਅਸੀਂ ਉਹਨੂੰ ਟਰਾਂਸਲੇਟ ਕਰਕੇ ਬੜੇ ਪੱਧਰ ਤੇ ਦੂਰ ਇਲਾਕਿਆਂ ਦੇ ਵਿੱਚ ਡਿਸਟ੍ਰੀਬਿਊਟ ਕਰਾਉਂਦੇ ਹਾਂ, ਤਾਂ ਕਿ ਸੈਮੀਨਾਰ ਕਰਾਉਂਦੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ। NGO ਨੂੰ ਇਨਕਰੇਜ ਕਰਦੇ ਹਾਂ, ਵੂਮਨ ਆਰਗੇਨਾਈਜੇਸ਼ਨ ਨੂੰ ਇਨਕਰੇਜ ਕਰਦੇ ਹਾਂ, ਤੇ ਹੋਰ ਕੰਪੀਟੀਸ਼ਨ, ਡਿਬੇਟ ਕੰਪੀਟੀਸ਼ਨ, ਜਿਸ ਤਰ੍ਹਾਂ ਕਿ ਹੁਣ ਪਿੱਛੇ ਜੇ ਅਸੀਂ ਅਸਾਮ ਰਾਈਫਲ ਦਾ ਇੱਕ ਡਿਬੇਟ ਕੰਪੀਟੀਸ਼ਨ ਕਰਵਾਇਆ ਤੇ ਉਹਦੇ ਵਿੱਚ ਵਿਸ਼ਾ ਇਹ ਸੀ ਕਿ ਹਿਊਮਨ ਰਾਈਟ ਦਾ ਕਮਿਸ਼ਨ ਦਾ ਆਰਮ ਫੋਰਸਿਸ ਦੇ ਬਾਰੇ ਕੀ ਰੋਲ ਹੈ, ਤੇ ਉਹਦੇ ਨਾਲ ਫਿਰ ਉਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਂਦਾ ਹੈ ਕਿ ਤੁਸੀਂ ਆਪਣਾ ਕੰਮ ਕਰਦੇ ਹੋਏ ਇਹ ਬਿਲਕੁਲ ਨਹੀਂ ਭੁੱਲ ਸਕਦੇ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਤੁਸੀਂ ਆਪਣਾ ਕੰਮ ਵੀ ਕਰੋ ਔਰ ਕਾਨੂੰਨ ਦੇ ਮੁਤਾਬਕ ਕੰਮ ਕਰੋ। ਇਹ ਨਹੀਂ ਕਿ ਤੁਸੀਂ ਕਿਸੇ ਨੂੰ ਗੋਲੀ ਅੱਖਾਂ ਬੰਦ ਕਰਕੇ ਮਾਰ ਦਿੱਤੀ। ਸੋ ਉਹ ਡਿਬੇਟਸ ਦਾ ਇੱਕ ਅੱਛਾ ਅਸਰ ਆਉਂਦਾ ਹੈ ਆਮ ਫੋਰਸਿਸ ਦੇ ਉੱਤੇ, ਆਮ ਆਦਮੀਆਂ ਦੇ ਉੱਤੇ, ਕਿਉਂਕਿ ਇਟ ਇਜ਼ ਓਪਨ ਡਿਬੇਟ। ਸੋ ਬਾਕੀ ਸਾਡਾ ਇੰਟਰਨਸ਼ਿਪ ਪ੍ਰੋਗਰਾਮ ਹੈ। ਇੰਟਰਨਸ਼ਿਪ ਪ੍ਰੋਗਰਾਮ ਦੇ ਵਿੱਚ ਯੂਨੀਵਰਸਿਟੀਆਂ 'ਚੋਂ ਅਸੀਂ 15 ਦਿਨ ਦੇ ਲਈ ਬੱਚਿਆਂ ਨੂੰ, ਜਿਹੜੇ ਅੰਡਰ ਗ੍ਰੈਜੂਏਟ ਲੈਵਲ ਦੇ LLB ਸੈਕੰਡ ਫਾਈਨਲ ਈਅਰ ਸਟੂਡੈਂਟਸ ਨੂੰ ਅਸੀਂ ਬੁਲਾਉਂਦੇ ਹਾਂ ਔਰ 75 ਬੱਚੇ ਇੱਕ ਬੈਚ 'ਚ ਆਉਂਦੇ ਨੇ। 15 ਦਿਨ ਦਾ ਪ੍ਰੋਗਰਾਮ ਕਰਦੇ ਹਾਂ। ਆਫਟਰ ਏ ਗੈਪ ਆਫ 2 ਵੀਕਸ ਅਗੇਨ ਅਸੀਂ ਇਹ 15 ਉਹ ਬੱਚੇ ਯੂਨੀਵਰਸਿਟੀ ਵਿੱਚ ਜਾ ਕੇ ਹਿਊਮਨ ਰਾਈਟਸ ਦੇ ਬਾਰੇ ਫਿਰ ਮੈਸੇਜ ਸਪਰੈਡ ਕਰਦੇ ਨੇ, ਤੇ ਅੱਗੇ ਨੂੰ ਆਉਣ ਵਾਲੇ ਪਨੀਰੀ ਦੇ ਵਿੱਚ ਵੀ ਇੱਕ ਅੱਛਾ ਮੈਸੇਜ ਲੈ ਕੇ ਉਹ ਯੂਨੀਵਰਸਿਟੀ ਤੋਂ ਜਾਣਗੇ ਤਾਂ ਅੱਗੇ ਉਹ ਫੈਲੇਗਾ। ਜੀ ਸਰ, ਕੀ ਆਯੋਗ ਜਿਹੜਾ ਹੈ ਉਹ ਕਿਸੇ ਕੇਸ ਦੇ ਵਿੱਚ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤੇ ਉਸ ਨੂੰ ਸਜ਼ਾ ਵੀ ਦੇ ਸਕਦਾ ਹੈ ਜਾਂ ਉਹਦੀ ਸਜ਼ਾ ਲਈ ਕੋਈ ਸਿਫਾਰਿਸ਼ ਕਰ ਸਕਦਾ ਹੈ? ਹਾਂ, ਬਿਲਕੁਲ ਕਰ ਸਕਦਾ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦ ਇਨਵੈਸਟੀਗੇਸ਼ਨ ਤੋਂ ਬਾਅਦ ਰਿਪੋਰਟ ਸਾਡੇ ਸਾਹਮਣੇ ਆਉਂਦੀ ਹੈ, ਕੋਈ ਵੀ ਕਿਸੇ ਕਿਸਮ ਦੀ ਜ਼ਿਆਦਤੀ ਹੋਈ ਹੈ, ਪੁਲਿਸ ਅਫਸਰ ਨੇ ਕੀਤੀ ਹੈ ਜਾਂ ਟਾਰਚਰ ਕੀਤਾ ਹੈ, ਡੈਥ ਹੋ ਗਈ ਹੈ ਜਾਂ ਇੰਨਾ ਕਿ ਇੰਜਰੀ ਜ਼ਿਆਦਾ ਹੋ ਗਈ ਹੈ ਕਿਸੇ ਨੂੰ ਕਿ ਉਹ ਡਿਸੇਬਲ ਹੋ ਗਿਆ, ਤਾਂ ਫਿਰ ਅਸੀਂ ਉਹਨੂੰ ਕੰਪਨਸੇਸ਼ਨ ਦਿੰਦੇ ਹਾਂ। ਇੱਕ ਤਾਂ ਕਮਿਸ਼ਨ ਦੀ ਤਰਫ ਤੋਂ ਕੰਪਨਸੇਸ਼ਨ ਹੁੰਦੀ ਹੈ, ਇੱਕ ਕਾਨੂੰਨ ਤੌਰ ਦੇ ਉੱਤੇ ਵੈਸੇ ਮੁਕੱਦਮੇ ਦੇ ਵਿੱਚ ਅਦਾਲਤਾਂ ਕੰਪਨਸੇਸ਼ਨ ਦਿੰਦੀਆਂ, ਮਗਰ ਕਮਿਸ਼ਨ ਦੀ ਕੰਪਨਸੇਸ਼ਨ ਅਲੱਗ ਤੌਰ ਤੇ ਹੈ ਜਿਹੜੀ ਕਿ 5 ਲੱਖ 7 ਲੱਖ ਰੁਪਏ ਇਮੀਡੀਏਟ ਦਿੱਤੀ ਜਾਂਦੀ ਹੈ। ਤੇ ਦੂਸਰੇ ਅਸੀਂ ਡਿਪਾਰਟਮੈਂਟ ਦੇ ਨੂੰ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਇਸ ਅਫਸਰ ਬਾਰੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇ। ਤਾਂ ਉਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਡਿਸਪਲਿਨਰੀ ਐਕਸ਼ਨ ਹੁੰਦਾ। ਕਈ ਵਾਰੀ ਆਫਿਸਰ ਨੂੰ ਜੇ ਉਹ ਮੰਨ ਲਓ ਇੰਸਪੈਕਟਰ ਦੀ ਪੋਸਟ 'ਤੇ ਕੰਮ ਕਰ ਰਿਹਾ, ਉਹਨੂੰ ਸਬ ਇੰਸਪੈਕਟਰ ਬਣਾ ਦਿੱਤਾ ਜਾਂਦਾ ਹੈ, ਰਿਵਰਸ਼ਨ ਕਰ ਦਿੱਤੀ ਜਾਂਦੀ ਹੈ। ਸਬ ਇੰਸਪੈਕਟਰ ਨੂੰ ਅਸਿਸਟੈਂਟ ਸਬ ਇੰਸਪੈਕਟਰ ਰਿਵਰਟ ਕੀਤਾ ਗਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਸਾਹਮਣੇ ਹਨ। ਜਾਂ ਇਨਕਰੀਮੈਂਟਾਂ ਰੋਕ ਦਿੱਤੀਆਂ ਗਈਆਂ, ਜੇ ਉਹਨਾਂ ਦੀਆਂ 2 ਸਾਲ ਦੀਆਂ ਇਨਕਰੀਮੈਂਟਾਂ ਵੀ ਇਹ ਬੰਦ ਰਹਿਣਗੀਆਂ, ਇਹਨੂੰ ਇਨਕਰੀਮੈਂਟ ਨਹੀਂ ਮਿਲੇਗੀ, ਤਾਂ ਇਹ ਅੱਗੇ ਪ੍ਰਮੋਸ਼ਨ ਦੇ ਲਈ ਵੀ ਇੱਕ ਵਾਅਦਾ ਬਣਦੀਆਂ ਤਾਂ ਕਿ ਬਾਕੀ ਅਫਸਰਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਰਹੇ ਕਿ ਜਾਸਤੀ ਕਰਨ ਦੇ ਨਤੀਜੇ ਕੋਈ ਅੱਛਾ ਨਹੀਂ ਨਿਕਲਦੇ, ਤਾਂ ਤੁਸੀਂ ਆਪਣਾ ਧਿਆਨ ਨਾਲ ਕੰਮ ਕਰੋ। ਜੀ ਸਰ, ਕੀ ਕਮਿਸ਼ਨ ਜਿਹੜਾ ਹੈ ਉਹ ਕਿਸੇ ਸਮੱਸਿਆ ਦੇ ਲਈ ਕੋਈ ਪਹਿਲ ਕਦਮੀ ਵੀ ਕਰਦਾ ਹੈ? ਹਾਂਜੀ, ਬਹੁਤ ਅੱਛਾ ਸਵਾਲ ਹੈ। ਅਸੀਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਦ ਦੇਖਦੇ ਹਾਂ ਕਿ ਇਹ ਬਹੁਤ ਜ਼ਿਆਦਾ ਵਧੀਕੀ ਹੋਈ ਹੈ ਤਾਂ ਉਹਦੇ ਵਿੱਚ ਅਸੀਂ ਖੁਦ ਬ ਖੁਦ
ਨੋਟਿਸ ਜਾਰੀ ਕਰਦੇ ਆ। ਪਿੱਛੇ ਜੇ ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਣਾ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਲੜਕੀ 6 ਸਾਲ ਦੀ ਲੜਕੀ ਦਾ ਰੇਪ ਹੋ ਗਿਆ। ਰੇਪਿਸਟ ਨੇ ਉਹਨੂੰ ਮਾਰ ਕੇ ਆਪਣੇ ਘਰੇ ਉਹਦੀ ਲਾਸ਼ ਰੱਖੀ ਤੇ ਜਦ ਪਤਾ ਚੱਲਿਆ ਤੇ ਉਹ ਭੱਜ ਗਿਆ। ਉਹ ਤੋਂ ਉੱਪਰ ਜਿਹੜੀ ਗੱਲ ਹੋਈ, ਇੱਕ ਮੰਤਰੀ ਜੀ ਉੱਚੀ ਇਹ ਗੱਲ ਕਹਿਣ ਲੱਗੇ ਕਿ ਅਸੀਂ ਇਹ ਰੇਪਿਸਟ ਨੂੰ ਪਕੜ ਕੇ ਫਾਲਸ ਐਨਕਾਊਂਟਰ 'ਚ ਮਰਵਾਵਾਂਗੇ। ਤਾਂ ਕਮਿਸ਼ਨ ਨੇ ਉਹਦਾ ਸੰਗਿਆਨ ਲੱਤਾ ਵੀ ਇਹ ਗੱਲ ਤਾਂ ਹੋ ਨਹੀਂ ਸਕਦੀ ਵੀ ਵਾਟ ਇਜ਼ ਦਿਸ, ਇਹ ਤਾਂ ਬਿਲਕੁਲ ਗਲਤ ਕੰਮ ਹੋ ਰਿਹਾ ਹੈ, ਕਾਨੂੰਨ ਦੇ ਖਿਲਾਫ ਹੈ ਜੀ। ਉਹ ਰਿਪੋਰਟ ਆਈ, ਉਹ 'ਤੇ ਕਾਰਵਾਈ ਚੱਲ ਰਹੀ ਹੈ। ਕੱਲ੍ਹ ਪਰਸੋਂ ਦੀ ਉਹ ਗੱਲ ਹੈ ਜਦ ਨਾਗਾਲੈਂਡ ਦੇ ਵਿੱਚ ਕਾਫੀ ਇਨਕਾਊਂਟਰ ਹੋਇਆ ਹੈ ਜੀ, ਤਾਂ ਉਹਦੇ 'ਚ ਵੀ ਕਮਿਸ਼ਨ ਨੇ ਨਾਲ ਦੀ ਨਾਲ ਨੋਟਿਸ ਜਾਰੀ ਕੀਤਾ। ਸਰ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਸਾਡਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ, ਉਹਦਾ ਕੀ ਰੋਲ ਹੁੰਦਾ ਹੈ? ਅੰਤਰਰਾਸ਼ਟਰੀ ਪੱਧਰ ਤੇ ਜੀ ਅਸੀਂ ਵੇਰੀਅਸ ਕਮੇਟੀਜ਼ ਬਣੀਆਂ ਹੋਈਆਂ ਜੀ, ਯੂਨਾਈਟਿਡ ਨੇਸ਼ਨਸ ਦੀਆਂ। ਅਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਅਸੀਂ ਆਪਣੇ ਬਤੌਰ ਬੁਲਾਰੇ ਅਸੀਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਬਤੌਰ ਭਾਰਤ ਦੀ ਕੀ ਪੋਜੀਸ਼ਨ ਹੈ ਇਹਨਾਂ ਮਾਮਲਿਆਂ ਦੇ ਵਿੱਚ, ਉਹ ਅਸੀਂ ਆਪਣਾ ਪੱਖ ਰੱਖਦੇ ਹਾਂ। ਉਹ ਟਾਈਮ ਟੂ ਟਾਈਮ, ਹੁਣ ਪਿੱਛੇ ਜਿਹੇ ਜਿਵੇਂ ਕਿ ਪਾਣੀ ਦੀ ਸਮੱਸਿਆ ਦੇ ਉੱਤੇ ਇੱਕ ਪ੍ਰੋਗਰਾਮ ਹੋਇਆ ਯੂਨਾਈਟਿਡ ਨੇਸ਼ਨ ਸਪੈਸ਼ਲ ਏਜੰਸੀ ਦੀ ਤਰਫ ਤੋਂ ਜਨੇਵਾ ਦੇ ਵਿੱਚ, ਤੇ ਕਿਉਂਕਿ ਜਾਣ ਦੇ ਉੱਤੇ ਰੁਕਾਵਟ ਸੀ, ਇਸ ਕਰਕੇ ਅਸੀਂ ਵੈਬੀਨਾਰ ਦੇ ਨਾਲ ਹੀ ਐਡਰੈਸ ਕੀਤਾ ਜੀ। ਤੇ ਸਾਡਾ ਉੱਥੇ ਜਿਹੜਾ ਪੁਆਇੰਟ ਆਫ ਵਿਊ ਹੈ ਅਸੀਂ ਰੱਖਦੇ ਹਾਂ। ਹਰ ਇੱਕ ਜਦ ਵੀ ਮੌਕਾ ਮਿਲਦਾ ਹੈ, ਪਹਿਲਾਂ ਤਾਂ ਜਾਣ ਦਾ ਵੀ ਮੌਕਾ ਮਿਲਦਾ ਰਹਿੰਦਾ ਸੀ, ਪਰ ਹੁਣ ਕਿਉਂਕਿ ਕੋਵਿਡ ਕਰਕੇ ਜਦ ਥੋੜ੍ਹੀਆਂ ਰਿਸਟ੍ਰਿਕਸ਼ਨ ਹੈ, ਇਸ ਕਰਕੇ ਆਣਾ ਜਾਣਾ ਨਹੀਂ ਹੈ। ਪਰ ਫਿਰ ਵੀ ਜਿਸ ਦਿਨ ਵੀ ਇਹ ਰਿਸਟ੍ਰਿਕਸ਼ਨ ਖੁੱਲ੍ਹ ਗਈਆਂ ਤਾਂ ਆਣਾ ਜਾਣਾ ਵੀ ਰਹੇਗਾ। ਤੇ ਅਸੀਂ ਆਪਣਾ ਜਾ ਕੇ ਭਾਰਤ ਦਾ ਪੱਖ ਉਹਨਾਂ ਦੇ ਸਾਹਮਣੇ ਰੱਖਦੇ ਹਾਂ ਕਿ ਅਸੀਂ ਇਹ ਕੰਮ ਕੀਤਾ, ਇਹ ਕੰਮ ਅੱਗੇ ਚੱਲ ਰਿਹਾ ਤੇ ਅੱਗੇ ਗਾਈਡੈਂਸ ਕੀ ਹੈ ਉਹ ਵੀ ਲੈਂਦੇ ਹਾਂ। ਸਰ ਚਲਦਿਆਂ ਇੱਕ ਆਖਰੀ ਸਵਾਲ, ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਹੋਰ ਵਿਸ਼ੇਸ਼ ਤੌਰ ਤੇ ਕੁਝ ਉਚੇਚਾ ਕਹਿਣਾ ਚਾਹੋ, ਕੋਈ ਹੋਰ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੋ, ਜਾਂ ਆਪਣਾ ਕੋਈ ਵੈਬਸਾਈਟ ਦਾ ਜਾਂ ਕੋਈ ਸੰਪਰਕ ਸੂਤਰ ਜਿਹੜਾ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ? ਮੈਂ ਜਾਂਦੇ ਇੱਕ ਗੱਲ ਕਹਾਂਗਾ ਕਿ ਇਹ ਕਮਿਸ਼ਨ 1993 ਦੇ ਵਿੱਚ ਬਣਿਆ ਤੇ 1993 ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 25 ਲੱਖ ਕੇਸਾਂ ਦਾ ਨਿਪਟਾਰਾ ਕੀਤਾ ਹੈ। 25 ਲੱਖ ਤੋਂ ਉੱਪਰ ਹੀ ਹੈ, ਔਰ 207 ਕਰੋੜ ਰੁਪਇਆ ਅਸੀਂ ਬਤੌਰ ਮੁਆਵਜ਼ਾ ਸਰਕਾਰਾਂ ਨੂੰ ਕਹਿ ਕੇ ਡਿਸਟ੍ਰੀਬਿਊਟ ਕਰਵਾਇਆ। ਔਰ ਸਾਡੇ ਕੋਲੇ ਪਹੁੰਚਣ ਦੇ ਲਈ ਮੈਂ ਜ਼ਰੂਰ ਕਹਾਂਗਾ ਬੜਾ ਆਸਾਨ ਤਰੀਕਾ ਹੈ, www.nhrc.nic.in ਜੀ। ਇਹ ਸਾਡੀ ਵੈਬਸਾਈਟ ਹੈ। ਇਹਦੇ 'ਤੇ ਸਾਡਾ ਐਡਰੈਸ, ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ, ਹਰ ਇੱਕ ਤਰ੍ਹਾਂ ਦੀ ਸਕੀਮ, ਹਰ ਇੱਕ ਤਰ੍ਹਾਂ ਦੇ ਪ੍ਰੋਗਰਾਮ ਬੜੇ ਆਰਾਮ ਦੇ ਨਾਲ ਐਕਸੈਸ ਕੀਤੇ ਜਾ ਸਕਦੇ ਨੇ। ਤੇ ਆਮ ਆਦਮੀ ਬਿਨਾਂ ਕਿਸੇ ਫੀਸ ਤੋਂ ਇੱਕ ਚਿੱਠੀ ਪਾ ਕੇ ਆਪਣੀ ਸ਼ਿਕਾਇਤ ਸਾਡੇ ਕੋਲ ਦਰਜ ਕਰਾ ਸਕਦਾ ਹੈ, ਔਰ ਉਹਦਾ ਅਸੀਂ ਜਲਦੀ ਤੋਂ ਜਲਦੀ ਨਿਪਟਾਰਾ ਕਰਦੇ ਹਾਂ। ਪਿੱਛੇ ਜੇ ਇੱਕ 90 ਸਾਲ ਦੇ ਬਜ਼ੁਰਗ ਨੇ ਲੁਧਿਆਣੇ ਤੋਂ ਚਿੱਠੀ ਭੇਜੀ ਕਿ ਉਹਦੇ ਪੁੱਤਰਾਂ ਨੇ ਉਹਨੂੰ ਬਾਹਰ ਕੱਢ ਦਿੱਤਾ ਘਰੋਂ, ਤੇ ਅਸੀਂ ਉਹ 'ਤੇ ਸੰਗਿਆਨ ਲਿੱਤਾ ਤੇ ਉੱਥੇ ਕਾਰਵਾਈ ਹੋ ਗਈ, ਉਹਨੂੰ ਰਿਲੀਫ ਮਿਲ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ, ਸਿਰਫ ਇੱਕ ਚਿੱਠੀ ਆਈ ਸੀ ਸਾਡੇ ਕੋਲ ਸਪੀਡ ਪੋਸਟ ਦੇ ਨਾਲ, ਅਸੀਂ ਉਹਦੇ 'ਤੇ ਕਾਰਵਾਈ ਕੀਤੀ। ਤੇ ਡੇਲੀ ਤੌਰ ਦੇ ਉੱਤੇ ਸਾਡੇ ਕੋਲੇ ਕੋਈ 400-500 ਦੇ ਕਰੀਬ ਕੰਪਲੇਂਟਸ ਆਉਂਦੀਆਂ, ਔਰ ਨਿਪਟਾਰਾ ਅਸੀਂ ਜਲਦੀ ਤੋਂ ਜਲਦੀ ਕਰਦੇ ਹਾਂ, ਔਰ ਇਹ ਸਿਲਸਿਲਾ ਜਾਰੀ ਹੈ, ਹੋਰ ਵੀ ਅੱਗੇ ਵਧੇਗਾ। ਬਹੁਤ ਮਿਹਰਬਾਨੀ ਸਰ, ਤੁਹਾਡਾ ਸਟੂਡੀਓ ਵਿੱਚ ਆਉਣ ਲਈ ਬਹੁਤ ਧੰਨਵਾਦ। ਔਰ ਤੁਸੀਂ ਬੜੀ ਤਫਸੀਲ ਦੇ ਨਾਲ ਅੱਜ ਸਾਨੂੰ ਜਿਹੜਾ ਹੈ ਨੈਸ਼ਨਲ ਰਾਈਟਸ ਕਮਿਸ਼ਨ ਬਾਰੇ ਜਿਹੜਾ ਉਹ ਦੱਸਿਆ ਹੈ, ਹਿਊਮਨ ਰਾਈਟਸ ਕਮਿਸ਼ਨ ਬਾਰੇ ਦੱਸਿਆ ਹੈ। ਤੇ ਮੈਂ ਸਟੂਡੀਓ 'ਚ ਆਉਣ ਵਾਸਤੇ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ। ਔਰ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਅੱਜ ਬਹੁਤ ਮਹੱਤਵਪੂਰਨ ਜਾਣਕਾਰੀ ਜਸਟਿਸ ਜਿਹੜਾ ਹੈ MM ਕੁਮਾਰ ਵੱਲੋਂ ਮਿਲੀ ਹੈ, ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਮਿਸ਼ਨ ਹੋਰ ਵੀ ਜ਼ਿਆਦਾ ਜਿਹੜਾ ਹੈ ਪੱਧਰ 'ਤੇ ਵੱਡੇ ਪੈਮਾਨੇ 'ਤੇ ਕੰਮ ਕਰੇਗਾ। ਔਰ ਇਹ ਸਭ ਤੋਂ ਵਧੀਆ ਗੱਲ ਹੈ ਕਿ ਇੱਕ ਆਮ ਜਿਹੜਾ ਵਿਅਕਤੀ ਹੈ ਜੋ ਕਮਿਸ਼ਨ ਨੂੰ ਅਪਰੋਚ ਕਰਦਾ ਹੈ
ਤੇ ਉਸ ਦੀ ਸਮੱਸਿਆ ਦਾ ਨਿਦਾਨ ਕਮਿਸ਼ਨ ਛੇਤੀ ਤੋਂ ਛੇਤੀ ਕਰਨ ਦਾ ਉਪਰਾਲਾ ਕਰਦਾ ਹੈ। ਧੰਨਵਾਦ ਸਰ। ਬਹੁਤ ਬਹੁਤ ਧੰਨਵਾਦ। ਮੈਂ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਟਾਈਮ ਦੇ ਕੇ ਸੁਣਿਆ। ਧੰਨਵਾਦ ਬਹੁਤ ਬਹੁਤ ਮੈਡਮ।